ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਅੱਜ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਪਾਵਨ ਆਗਮਨ ਪੁਰਬ ਦੀ ਲੱਖ ਲੱਖ ਵਧਾਈ, ਲੱਖ ਲੱਖ ਵਧਾਈ। ਬਾਬਾ ਜੀ ਦਾ ਜਨਮ ਸੰਨ 1682 ਵਿੱਚ ਪਿੰਡ ਪਾਹੂਵਿੰਡ ਵਿਖੇ ਪਿਤਾ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖੋਂ ਹੋਇਆ। ਬਾਲ ਉਮਰ ਤੋਂ ਹੀ ਬਾਬਾ ਜੀ ਦਾ ਚਿਹਰਾ ਬੜਾ ਤੇਜਮਈ ਸੀ। ਸੇਵਾ ਦੇ ਕੰਮਾਂ ਵਿੱਚ, ਹੋਰ ਪਰਉਪਕਾਰੀ ਕੰਮਾਂ 'ਚ ਬੜੀ ਰੁਚੀ ਸੀ ਬਾਬਾ ਜੀ ਦੀ। ਮਾਤਾ ਪਿਤਾ ਦੇ ਆਗਿਆਕਾਰ ਔਰ ਗੁਰਸਿੱਖ ਮਰਿਆਦਾ ਦੇ ਜੋ ਰੋਜ਼ਾਨਾ ਦਾ ਨਿਤਨੇਮ ਕਰਨਾ, ਪਾਠ ਕਰਨਾ, ਸਭ ਮਾਤਾ ਜੀ ਦੀ, ਪਿਤਾ ਜੀ ਦੀ ਦੇਖ ਰੇਖ ਵਿੱਚ ਬਾਬਾ ਜੀ ਬਚਪਨ ਤੋਂ ਹੀ ਇਸ ਪਾਸੇ ਧਿਆਨ ਦਿੰਦੇ ਰਹੇ। 12 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਏ ਅਤੇ ਗੁਰੂ ਪਾਤਸ਼ਾਹ ਦੇ ਹੁਕਮ ਮੱਥੇ ਮੰਨਦੇ ਹੋਏ ਤਕਰੀਬਨ 8 ਸਾਲ ਬਾਬਾ ਜੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਨਿਵਾਸ ਕਰਦੇ ਰਹੇ ਔਰ ਲੱਗ ਕੇ ਸੇਵਾ, ਲੰਗਰ ਦੀ ਸੇਵਾ, ਗੁਰਬਾਣੀ, ਕੀਰਤਨ, ਸਤਸੰਗ ਆਦਿ। ਅਤੇ ਫਿਰ ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦੇ ਉਸ ਵਕਤ ਦੇ ਬਹੁਤ ਬੜੇ ਵਿਦਵਾਨ ਸਨ, ਬਾਬਾ ਜੀ ਨੇ ਗੁਰਮਤਿ ਵਿੱਦਿਆ ਅਤੇ ਨਾਲ ਹੀ ਵੱਖ ਭਾਸ਼ਾਵਾਂ ਦਾ ਗਿਆਨ, ਗੁਰਮੁਖੀ ਅੱਖਰ, ਫਾਰਸੀ, ਅਰਬੀ, ਸੰਸਕ੍ਰਿਤ ਆਦਿ ਅਨੇਕਾਂ ਭਾਸ਼ਾਵਾਂ ਦੀ ਵਿੱਦਿਆ ਪ੍ਰਾਪਤ ਭਾਈ ਮਨੀ ਸਿੰਘ ਜੀ ਪਾਸੋਂ ਕੀਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਰਸਨਲ ਨਿਗਰਾਨੀ ਹੇਠ ਯੁੱਧ ਵਿੱਦਿਆ, ਘੋੜਸਵਾਰੀ, ਸ਼ਸਤਰ ਵਿੱਦਿਆ ਦਾ ਟ੍ਰੇਨਿੰਗ ਲਈ ਅਤੇ ਤਕਰੀਬਨ 8 ਸਾਲ ਸੇਵਾ ਕਰਦੇ ਰਹੇ। ਇਸੇ ਤਰ੍ਹਾਂ ਅਤੇ ਮਾਤਾ ਪਿਤਾ ਜੀ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਅਤੇ ਗੁਰੂ ਸਾਹਿਬ ਨੇ ਹੁਕਮ ਦੇ ਕੇ ਹੁਕਮ ਕੀਤਾ ਬਾਬਾ ਜੀ ਨੂੰ ਕਿ ਜਾਓ, ਆਪਣੇ ਪਿੰਡ ਘਰ ਜਾਓ ਔਰ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਕਰੋ। ਬਾਬਾ ਜੀ ਪਾਹੂਵਿੰਡ ਵਾਪਸ ਆ ਗਏ ਅਤੇ ਜਦੋਂ 1705 ਵਿੱਚ ਬਾਬਾ ਜੀ ਨੂੰ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਅਨੰਦਪੁਰ ਦਾ ਕਿਲ੍ਹਾ ਛੋੜ ਕੇ ਆ ਗਏ ਹਨ, 4 ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਹਨ, ਬਾਬਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸਾਬੋ ਕੀ ਤਲਵੰਡੀ, ਜੋ ਅੱਜ ਬਠਿੰਡਾ ਜ਼ਿਲ੍ਹੇ ਵਿੱਚ ਸਥਾਨ ਹੈ, 5ਵਾਂ ਤਖਤ ਖਾਲਸੇ ਦਾ ਤਖਤ ਦਮਦਮਾ ਸਾਹਿਬ, ਉਸ ਸਥਾਨ 'ਤੇ ਆਏ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਨਤਮਸਤਕ ਹੋਏ। ਉੱਥੇ ਨਾਲ ਹੀ ਉਹਨਾਂ ਨੇ ਬਾਬਾ ਜੀ ਨੇ ਜੋ ਗੁਰੂ ਮਹਾਰਾਜ ਨੇ ਗੁਰਬਾਣੀ, ਸਮੁੱਚਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਸਾਹਿਬ ਸ਼ਹੀਦ ਪਾਸੋਂ ਲਿਖਵਾਈ। ਬਾਬਾ ਜੀ ਨੇ ਉਸ ਵਿੱਚ ਬਹੁਤ ਸਹਿਯੋਗ ਦਿੱਤਾ ਅਤੇ ਉਸ ਤੋਂ ਬਾਅਦ 4 ਕਾਪੀਆਂ, 4 ਉਤਾਰੇ ਹੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਤਿਆਰ ਕੀਤੇ, ਜੋ ਵੱਖ ਤਖਤ ਸਾਹਿਬਾਨ 'ਤੇ ਸੁਸ਼ੋਭਿਤ ਹਨ। ਔਰ ਨਾਲ ਹੀ ਬਾਬਾ ਜੀ ਨੇ ਸ਼ਸਤਰ ਵਿੱਦਿਆ ਦੀ ਟ੍ਰੇਨਿੰਗ ਹੋਰ ਗੁਰਸਿੱਖਾਂ ਨੂੰ ਦੇਣੀ ਸ਼ੁਰੂ ਕੀਤੀ। ਬਾਣੀ ਦੇ ਗੁਟਕੇ ਲਿਖਦੇ ਰਹੇ। ਗੁਰੂ ਪਾਤਸ਼ਾਹ ਜਦੋਂ ਅੱਗੋਂ ਯਾਤਰਾ ਲਈ ਜਾਣ ਲੱਗੇ ਅਤੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਥਾਪ ਕੇ ਅੰਮ੍ਰਿਤਸਰ ਭੇਜ ਦਿੱਤਾ ਅਤੇ ਬਾਬਾ ਜੀ ਨੂੰ ਹੁਕਮ ਕੀਤਾ, ਤੁਸੀਂ ਇੱਥੇ ਹੀ ਰਹਿ ਕੇ ਸੇਵਾ ਕਰਨੀ, ਟਕਸਾਲ ਚਲਾਣੀ, ਸ਼ਸਤਰ ਵਿੱਦਿਆ, ਗੁਰਮਤਿ ਵਿੱਦਿਆ, ਅੰਮ੍ਰਿਤ ਦੀ ਸੇਵਾ, ਅੰਮ੍ਰਿਤ ਦੀ ਪਾਹੁਲ ਸੰਗਤਾਂ ਨੂੰ ਛਕਾਣੀ ਔਰ ਨਾਲ ਹੀ ਜੋ ਗੁਰਮਤਿ ਦਾ ਗਿਆਨ ਹੈ, ਗੁਰਮੁਖੀ ਅੱਖਰਾਂ ਦੀ ਸੋਝੀ ਸੰਗਤਾਂ ਨੂੰ ਦੇਣੀ ਹੈ। ਬਾਬਾ ਜੀ ਇਹ ਸੇਵਾ ਹੀ ਲਗਾਤਾਰ ਲੱਗੇ ਰਹੇ। ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਬਹਾਦਰ ਜੀ ਪੰਜਾਬ ਵੱਲ ਆਏ ਗੁਰੂ ਪਾਤਸ਼ਾਹ ਦਾ ਹੁਕਮ ਲੈ ਕੇ, ਅਤੇ ਸਰਹੰਦ ਦੀ ਜੰਗ ਵਿੱਚ ਔਰ ਸਦੌਰੇ ਦੇ ਜੰਗ ਵਿੱਚ ਵਿਸ਼ੇਸ਼ ਕਰਕੇ ਬਾਬਾ ਦੀਪ ਸਿੰਘ ਜੀ ਨੇ ਅੱਗੇ ਹੋ ਕੇ ਬਾਬਾ ਬੰਦਾ ਬਹਾਦਰ ਜੀ ਨਾਲ ਸਹਿਯੋਗ ਕੀਤਾ ਔਰ ਫਤਿਹ ਪਾਈ। ਬਾਬਾ ਜੀ ਜਦੋਂ ਨਵਾਬ ਕਪੂਰ ਸਿੰਘ ਦੀ ਸਰਦਾਰੀ ਹੇਠ ਮਿਸਲਾਂ ਇਕੱਠੀਆਂ ਹੋਈਆਂ ਅਤੇ ਬਾਬਾ ਜੀ ਸ਼ਹੀਦੀ ਮਿਸਲ ਦੇ, ਜੋ ਸ਼ਹੀਦਾਂ ਦੀ ਮਿਸਲ ਕਹੀ ਜਾਂਦੀ ਹੈ, ਉਹਦੇ ਸਰਦਾਰ ਥਾਪੇ ਗਏ ਔਰ ਉਸ ਵਿੱਚ ਮਿਸਲ ਵਿੱਚ ਵੀ ਰਹਿ ਕੇ ਬਾਬਾ ਜੀ ਨੇ ਅਨੇਕਾਂ ਚਮਤਕਾਰੀ ਕਾਰਜ ਕੀਤੇ। ਅਹਿਮਦ ਸ਼ਾਹ ਅਬਦਾਲੀ ਬਾਰ ਪੰਜਾਬ 'ਤੇ ਔਰ ਪੂਰੇ ਹਿੰਦੁਸਤਾਨ 'ਤੇ ਹਮਲੇ ਕਰਦਾ ਸੀ, ਸਮਾਨ ਲੁੱਟ ਕੇ ਲੈ ਜਾਂਦਾ ਸੀ, ਧੀਆਂ ਭੈਣਾਂ ਦੀ ਇੱਜ਼ਤ ਲੁੱਟਦਾ ਸੀ, ਬੰਨ੍ਹ ਕੇ ਨਾਲ ਲੈ ਜਾਂਦਾ ਸੀ ਗੁਲਾਮ ਬਣਾ ਕੇ, ਅਤੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਨਿਲਾਮ ਕਰਦਾ ਸੀ। ਉਸ ਨੂੰ ਠੱਲ ਪਾਉਣ ਲਈ ਬਾਬਾ ਜੀ ਨੇ ਜੱਥਾ ਤਿਆਰ ਕੀਤਾ ਅਤੇ ਜਦੋਂ ਗਜ਼ਨੀ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਸਮਾਨ ਸਾਰਾ ਜਾ ਰਿਹਾ ਸੀ, ਬਾਬਾ ਜੀ ਨੇ ਆਪਣੇ ਜੱਥੇ ਸਮੇਤ ਉਸ 'ਤੇ ਹਮਲਾ ਕਰਕੇ ਸਾਰਾ ਸਮਾਨ ਵੀ ਖੋਹ ਲਿਆ ਅਤੇ ਤਕਰੀਬਨ 300 ਧੀਆਂ ਭੈਣਾਂ ਨੂੰ ਬਾਇੱਜ਼ਤ ਉਸ ਤੋਂ ਛੁਡਾਇਆ ਔਰ ਉਹਨਾਂ ਦੇ ਗ੍ਰਹਿ ਤੱਕ ਪਹੁੰਚਾਇਆ। ਉਹਨਾਂ ਬੱਚੀਆਂ ਵਿੱਚ ਹਿੰਦੂ ਕੁੜੀਆਂ ਵੀ ਸਨ,
ਮੁਸਲਮਾਨ ਬੱਚੀਆਂ ਵੀ ਸਨ। ਇਹ ਇੱਕ ਵਿਚਾਰਯੋਗ ਗੱਲ ਹੈ। ਪਿਆਰੀ ਸਾਧ ਸੰਗਤ, ਮੈਨੂੰ ਯਾਦ ਆ ਰਿਹਾ ਹੈ ਦਿੱਲੀ ਵਿੱਚ ਜਦੋਂ ਅਸੀਂ ਇਹ ਸਮਾਗਮ ਕੁਝ ਸਾਲ ਪਹਿਲੇ ਮਨਾਇਆ ਬਾਬਾ ਜੀ ਦਾ ਜਨਮ ਦਿਹਾੜਾ, ਅਤੇ ਉਸ ਵਕਤ ਮੇਰੇ ਇੱਕ ਜਰਨਲਿਸਟ ਫਰੈਂਡ ਨੇ ਇੱਕ ਕੁਐਸਚਨ ਰੱਖਿਆ ਸਟੇਜ ਤੋਂ ਕਿ ਜੇ ਗੁਰੂ ਬਾਬਾ ਜੀ ਇਤਨੀ ਸੇਵਾ ਕਰਦੇ ਸਨ, ਹਿੰਦੂ ਲੜਕੀਆਂ ਦੀ ਵੀ ਮਦਦ ਕੀਤੀ, ਸਿੱਖ ਲੜਕੀਆਂ ਦੇ, ਮੁਸਲਮਾਨ ਬੱਚੀਆਂ ਦੀ ਵੀ ਮਦਦ ਕੀਤੀ, ਅਤੇ ਇਹ ਦਿਨ ਤਾਂ ਮੰਦਰਾਂ ਅਤੇ ਮਸਜਿਦਾਂ ਵਿੱਚ ਵੀ ਮਨਾਇਆ ਜਾਣਾ ਚਾਹੀਦਾ ਹੈ। ਅਸੀਂ ਆਪਣੇ ਅੰਦਰ ਝਾਂਕੀਏ ਪਿਆਰੀ ਸਾਧ ਸੰਗਤ, ਇਹ ਇੱਕ ਤਰ੍ਹਾਂ ਸਾਡਾ ਫੇਲੀਅਰ ਹੈ, ਇੱਕ ਚੈਲੰਜ ਹੈ ਸਾਡੇ ਲਈ। ਅਸੀਂ ਅਜੇ ਤੱਕ ਆਪਣੇ ਬੱਚਿਆਂ ਨੂੰ ਹੀ ਇਤਿਹਾਸ ਦੀ ਸੋਝੀ ਨਹੀਂ ਦੇ ਸਕੇ, ਅਤੇ ਸਾਰੇ ਸਮਾਜ ਤੱਕ ਇਹ ਗੱਲ ਕਿਵੇਂ ਪਹੁੰਚਾਈਏ? ਇਹ ਸਾਡਾ ਫਰਜ਼ ਬਣਦਾ ਹੈ। ਬਾਬਾ ਜੀ 1757 ਵਿੱਚ ਅਹਿਮਦ ਸ਼ਾਹ ਨੇ ਉਸਨੇ ਹੁਕਮ ਕੀਤਾ ਆਪਣੇ ਗਵਰਨਰ ਲਾਹੌਰ ਨੂੰ, ਔਰ ਗੁਰਦੁਆਰਿਆਂ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ। ਜਿਹੜਾ ਦਰਬਾਰ ਸਾਹਿਬ ਦਾ ਸ੍ਰੀ ਸਰੋਵਰ ਸਾਹਿਬ ਹੈ ਉਹ ਵੀ ਪੂਰ ਦਿੱਤਾ ਗਿਆ। ਦਰਬਾਰ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ। ਬਾਬਾ ਜੀ ਨੂੰ ਇਹ ਖਬਰ ਮਿਲੀ ਅਤੇ ਬਾਬਾ ਜੀ ਅਰਦਾਸਾ ਸੋਧਿਆ, ਗੁਰੂ ਪਾਤਸ਼ਾਹ ਪਾਸੋਂ ਹੁਕਮ ਲਿਆ ਅਤੇ ਦਰਬਾਰ ਸਾਹਿਬ ਵੱਲ ਚਾਲੇ ਪਾ ਦਿੱਤੇ। 500 ਸਿੰਘਾਂ ਦਾ ਜੱਥਾ ਬਾਬਾ ਜੀ ਦੇ ਨਾਲ ਸੀ। 15 ਕਿਲੋ ਦਾ ਖੰਡਾ ਬਾਬਾ ਜੀ ਦੇ ਹੱਥ 'ਚ ਹੁੰਦਾ ਸੀ। ਪਿਆਰੀ ਸਾਧ ਸੰਗਤ, ਕਹਿ ਦੇਣਾ ਆਸਾਨ ਹੈ, 75 ਸਾਲ ਦੀ ਬਾਬਾ ਜੀ ਦੀ ਉਮਰ ਸੀ ਔਰ ਹੱਥ ਵਿੱਚ ਇੰਨਾ ਭਾਰਾ ਖੰਡਾ ਅੱਜ ਨੌਜਵਾਨ ਵੀ ਸ਼ਾਇਦ ਨਾ ਚੁੱਕ ਸਕਣ, ਅਤੇ 75 ਸਾਲ ਤੱਕ ਆਉਂਦੇ ਤੇ ਬੰਦਾ ਮੰਜੇ 'ਤੇ ਉੱਠਣ ਬੈਠਣ ਤੋਂ ਵੀ ਔਖਾ ਹੋ ਜਾਂਦਾ ਹੈ। ਪਰ ਬਾਬਾ ਜੀ ਦੇ ਅੰਦਰ ਅਦੁੱਤੀ ਰੂਹਾਨੀ ਸ਼ਕਤੀ ਸੀ। ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਸਨ, ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਸਨ। ਬਾਬਾ ਜੀ ਹੌਲੀ ਹੌਲੀ ਅੰਮ੍ਰਿਤਸਰ ਵੱਲ ਚਲਦੇ ਰਾਹ ਵਿੱਚ 5000 ਸਿੰਘ ਹੋਰ ਜੱਥੇ ਵਿਚਾਰ ਹਲੇ, ਅਤੇ ਤਕਰੀਬਨ 5000 ਸਿੰਘਾਂ ਦਾ ਜੱਥਾ ਜੋ ਦਰਬਾਰ ਸਾਹਿਬ ਵੱਲ ਵਧਿਆ। ਉੱਧਰੋਂ ਮੁਗਲ ਫੌਜਾਂ ਨੇ 20,000 ਦੇ ਕਰੀਬ ਫੌਜਾਂ ਨੇ ਹਮਲਾ ਕਰ ਦਿੱਤਾ, ਪਰ ਬਾਬਾ ਜੀ ਦੀ ਫਤਿਹ ਹੋਈ। ਫਿਰ ਮੁਗਲ ਫੌਜਾਂ ਲਾਹੌਰ ਤੋਂ ਵੀ ਆ ਰਲੀਆਂ, ਅਤੇ ਜੰਗ ਕਰਦੇ ਬਾਬਾ ਜੀ ਜਦੋਂ ਅੰਮ੍ਰਿਤਸਰ ਦੇ ਸਾਹਿਬ ਦੇ ਕੋਲ ਪਹੁੰਚ ਚੁੱਕੇ ਸਨ, ਕੁਝ ਮੀਲ ਦੂਰ ਦਾ ਹੀ ਫਾਸਲਾ ਸੀ, ਅਤੇ ਬਾਬਾ ਜੀ 'ਤੇ ਇੱਕ ਵਾਰ ਚੱਲਿਆ। ਬਾਬਾ ਜੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ। ਇੱਕ ਨੌਜਵਾਨ ਬੱਚਾ ਅੱਗੇ ਆਇਆ, ਉਸਨੇ ਕਿਹਾ, ਬਾਬਾ ਜੀ ਤੁਸੀਂ ਆਪਣਾ ਪ੍ਰਣ ਯਾਦ ਕਰੋ ਕਿ ਦੀਵਾਲੀ ਅਸੀਂ ਦਰਬਾਰ ਸਾਹਿਬ ਮਨਾਵਾਂਗੇ। ਇਹ ਸ਼ਬਦ ਸੁਣ ਕੇ ਬਾਬਾ ਜੀ ਉੱਠ ਖਲੋਤੇ, ਇੱਕ ਹੱਥ 'ਚ ਸੀਸ ਅਤੇ ਇੱਕ ਹੱਥ 'ਚ ਖੰਡਾ। ਇਹ ਇੱਕ ਬੜੀ ਕਰਾਮਾਤੀ ਗੱਲ ਹੈ। ਅੱਜ ਵੀ ਕਈ ਲੋਕ ਸ਼ਾਇਦ 'ਤੇ ਸ਼ੰਕਾ ਕਰਦੇ ਨੇ, ਪਰ ਈਸ਼ਵਰ ਦੇ ਘਰ ਵਿੱਚ ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਨੇ ਉਹ ਜਾਣਦੇ ਨੇ ਕਿ ਇਹ ਕੁਛ ਵੀ ਮੁਸ਼ਕਿਲ ਨਹੀਂ ਹੈ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਕਟ ਮਰੈ ਕਬਹੂ ਨਾ ਛਾੜੇ ਖੇਤ, ਕਬਹੂ ਨਾ ਛਾੜੇ ਖੇਤ। ਬਾਬਾ ਜੀ ਸ਼ਸਤਰ ਚੁੱਕ ਕੇ, ਖੰਡਾ ਚੁੱਕ ਕੇ ਫਿਰ ਜੰਗ ਕਰਦੇ ਰਾਮਸਰ ਦੇ ਸਥਾਨ ਜੋ ਅੰਮ੍ਰਿਤਸਰ ਦੇ ਬਾਰ ਹੈ ਉੱਥੇ ਤੱਕ ਪਹੁੰਚੇ, ਪਰ ਸਵਾਸ ਹੁਣ ਸਾਥ ਨਹੀਂ ਸੀ ਦੇ ਰਹੇ। ਸੋ ਬਾਬਾ ਜੀ ਨੇ ਉੱਥੇ ਹੀ ਸੀਸ ਆਪਣਾ ਹੱਥ 'ਚ ਫੜਿਆ ਹੋਇਆ ਦਰਬਾਰ ਸਾਹਿਬ ਵੱਲ ਉਛਾਲ ਦਿੱਤਾ, ਜੋ ਸ੍ਰੀ ਪਰਿਕਰਮਾ ਸਾਹਿਬ ਦੇ ਅੰਦਰ ਜਾ ਕੇ ਡਿੱਗਾ। ਬਾਬਾ ਜੀ ਜਿਸ ਥਾਂ 'ਤੇ ਉਹ ਸੀਸ ਡਿੱਗਾ ਸੀ ਪਰਿਕਰਮਾ ਵਿੱਚ, ਅੱਜ ਵੀ ਸੰਗਤਾਂ ਜੋ ਦਰਸ਼ਨਾਂ ਨੂੰ ਜਾਂਦੀਆਂ ਹਨ ਅਤੇ ਉੱਥੇ ਨਤਮਸਤਕ ਹੁੰਦੀਆਂ ਹਨ। ਜਿੱਥੇ ਬਾਬਾ ਜੀ ਦਾ ਸਰੀਰ ਗਿਰਿਆ ਰਾਮਸਰ ਸਾਹਿਬ ਦੇ ਕੋਲ, ਉੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ। ਉੱਥੇ ਗੁਰਦੁਆਰਾ ਸ਼ਹੀਦਗੰਜ ਸੁਸ਼ੋਭਿਤ ਹੈ। ਇਸ ਤਰ੍ਹਾਂ ਇਹ ਟਕਸਾਲ ਚੱਲੀ, ਅਰਥਾਂ ਦੀ ਇਹ ਟਕਸਾਲ ਚੱਲੀ, ਸ਼ਸਤਰ ਵਿਦਿਆ ਦੀ। ਦਾਸ ਦਾ ਸੰਬੰਧ ਵੀ ਇਸੇ ਟਕਸਾਲ ਨਾਲ ਹੈ। ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਦੀ ਟਕਸਾਲ ਜੋ ਗੁਰੂ ਪਾਤਸ਼ਾਹ ਦੇ ਹੁਕਮ ਨਾਲ ਆਰੰਭ ਹੋਈ ਸੀ, ਉਸ ਦੇ ਅੱਗੇ ਚੱਲ ਕੇ ਮਹਾਂਪੁਰਸ਼ ਧੰਨ ਭਾਈ ਬਾਬਾ ਅਮੀਰ ਸਿੰਘ ਸਾਹਿਬ, ਸੱਤੋ ਵਾਲੀ ਗਲੀ ਅੰਮ੍ਰਿਤਸਰ, ਉਹਨਾਂ ਨੇ ਇਹ ਗੁਰਬਾਣੀ ਅਰਥਾਂ ਦੀ ਟਕਸਾਲ ਜਾਰੀ ਰੱਖੀ। 62 ਸਾਲ ਉਹਨਾਂ ਨੇ ਇਹ ਵਿਦਿਆ ਵਿਦਿਆਰਥੀਆਂ ਨੂੰ ਦਿੱਤੀ। ਕਈ ਪ੍ਰਚਾਰਕ, ਕਈ ਵਿਦਿਆਰਥੀ, ਬੜੇ ਸੰਤ ਮਹਾਂਪੁਰਸ਼ ਤਿਆਰ ਕੀਤੇ। ਉਸ ਤੋਂ ਬਾਅਦ 31 ਸਾਲ ਗਿਆਨੀ ਕਿਰਪਾਲ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ, ਉਹਨਾਂ ਨੇ ਇਹ ਸੇਵਾ ਸੰਭਾਲੀ। 31 ਸਾਲ ਸੰਥਿਆ ਦਿੰਦੇ ਰਹੇ, ਅਤੇ ਨਾਲ ਹੀ ਪਹਿਲਾ ਜੋ ਸੰਪਰਦਾਇ ਟੀਕਾ ਹੈ ਉਹ ਵੀ ਤਿਆਰ ਕੀਤਾ। ਅਤੇ ਉਸ ਤੋਂ ਉਪਰੰਤ ਬਾਬਾ ਸੁਰਜੀਤ ਸਿੰਘ ਜੀ ਉਹ ਵੀ ਇਸ ਟਕਸਾਲ ਨੂੰ ਚਲਾਉਂਦੇ ਰਹੇ। ਇਸੇ ਤੋਂ ਪ੍ਰੇਰਨਾ ਲੈ ਕੇ ਸ਼੍ਰੀਮਾਨ ਮਹੰਤ ਹਰਬੰਸ ਸਿੰਘ ਜੀ ਟਿਕਾਣਾ ਸਾਹਿਬ ਵਾਲਿਆਂ ਨੇ
ਦਾਸ ਨੂੰ ਹੁਕਮ ਕਰਕੇ ਇਸ ਸੇਵਾ ਨਾਲ ਜੋੜਿਆ ਕਿ ਗੁਰਮਤਿ ਦੇ ਧਾਰਨੀ ਬਣੋ, ਗੁਰਮਤਿ ਨੂੰ ਵਿਚਾਰੋ, ਗੁਰਬਾਣੀ ਨੂੰ ਵਿਚਾਰੋ, ਆਪ ਹੀ ਨਾਲ ਜੁੜੋ ਅਤੇ ਹੋਰ ਸੰਗਤਾਂ ਨੂੰ ਵੀ ਪ੍ਰੇਰਨਾ ਦਿਓ। ਸੋ ਇਹ ਸੇਵਾ ਦਾਸ ਉਦੋਂ ਤੋਂ ਨਿਭਾ ਰਿਹਾ ਹੈ। ਕੋਸ਼ਿਸ਼ ਹੈ, ਹੁਣ ਪਤਾ ਨਹੀਂ ਕਿੱਥੇ ਤੱਕ ਮੈਂ ਸਫਲ ਹੋ ਸਕਿਆ ਹਾਂ। ਆਪ ਸੰਗਤਾਂ ਦੀ ਅਸੀਸ ਚਾਹੀਦੀ ਹੈ। ਵਾਹਿਗੁਰੂ ਕਰੇ ਇਹ ਸੇਵਾ ਚੱਲਦੀ ਰਹੇ। ਔਰ ਮੇਰੀ ਇੱਕ ਬੇਨਤੀ ਅੱਜ ਵਿਸ਼ੇਸ਼ ਕਰਕੇ ਸਿੱਖ ਸੰਗਤਾਂ ਨੂੰ ਹੈ ਭਾਈ, ਬਾਬਾ ਜੀ ਦੀ ਯਾਦ ਵਿੱਚ ਜਿੱਥੇ ਹੋਰ ਕਾਰਜ ਅਸੀਂ ਕਰਦੇ ਹਾਂ, ਲੰਗਰ ਚਲਾਉਂਦੇ ਹਾਂ, ਕੀਰਤਨ ਦਰਬਾਰ ਕਰਦੇ ਹਾਂ, ਅੱਜ ਪ੍ਰਣ ਲਈਏ ਇੱਕ ਬੱਚੇ ਨੂੰ ਗੁਰਮੁਖੀ ਅੱਖਰ ਜ਼ਰੂਰ ਸਿਖਾਈਏ। ਇੱਕ ਬੱਚਾ, ਇਸ ਸਾਲ ਉਸ ਨੂੰ ਗੁਰਮੁਖੀ ਅੱਖਰ ਸਿਖਾਉਣੇ ਨੇ, ਅਗਲੇ ਸਾਲ ਦੂਜਾ ਬੱਚਾ। ਇਸ ਤਰ੍ਹਾਂ ਇੱਕ ਲੜੀ ਚੱਲ ਪਵੇ, ਕਿਉਂਕਿ ਜਦ ਤੱਕ ਭਾਸ਼ਾ ਦਾ ਗਿਆਨ ਨਹੀਂ ਹੋਏਗਾ, ਸਾਡਾ ਇਤਿਹਾਸ, ਸਾਡਾ ਜੋ ਗੁਰਬਾਣੀ ਦੀ ਸ਼ਬਦਾਵਲੀ ਹੈ ਸਮਝ ਨਹੀਂ ਆਏਗੀ। ਜੋ ਨਿੱਜੀ ਤੌਰ 'ਤੇ ਅਸੀਂ ਸ਼ਬਦ ਪੜ੍ਹ ਸਕਦੇ ਹਾਂ, ਪੜ੍ਹ ਕੇ ਅਨੁਭਵ ਵਿੱਚ ਲਿਆ ਸਕਦੇ ਹਾਂ, ਉਹ ਸੁਣ ਕੇ ਜਾਂ ਦੂਜੀਆਂ ਭਾਸ਼ਾਵਾਂ ਵਿੱਚ ਟਰਾਂਸਲੇਸ਼ਨ ਵਿੱਚ ਉਹ ਰਸ ਨਹੀਂ ਹੈ। ਹਾਲਾਂਕਿ ਮੈਂ ਆਪ ਹਿੰਦੀ ਭਾਸ਼ਾ ਵਿੱਚ, ਇੰਗਲਿਸ਼ ਵਿੱਚ ਬਹੁਤ ਸਾਰੇ ਵਿਚਾਰ ਕਰਦਾ ਹਾਂ, ਪਰ ਉਹ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ, ਜਾਂ ਦੂਸਰੀਆਂ ਕੌਮਾਂ ਦੇ ਲੋਕ ਜੋ ਰੁਚੀ ਰੱਖਦੇ ਹਨ ਸਿੱਖ ਇਤਿਹਾਸ ਵਿੱਚ, ਗੁਰਬਾਣੀ ਵਿੱਚ ਸ਼ਰਧਾ ਰੱਖਦੇ ਹਨ, ਉਹਨਾਂ ਲਈ ਹੈ ਯਤਨ ਕਿ ਉਹ ਵਾਂਝੇ ਨਾ ਰਹਿ ਜਾਣ। ਬਟ ਭਾਸ਼ਾ ਆਪਣੀ ਜੋ ਹੈ, ਮਾਤ ਭਾਸ਼ਾ, ਮਾਤ ਬੋਲੀ, ਮਾਤ ਭੂਮੀ, ਇਹਦਾ ਆਦਰ ਕਰਨਾ ਬੜਾ ਜ਼ਰੂਰੀ ਹੈ। ਸੋ ਇਹ ਵੀ ਇੱਕ ਸੇਵਾ ਹੈ ਪਿਆਰੀ ਸਾਧ ਸੰਗਤ। ਸੋ ਇਹਨਾਂ ਦੇ ਬਚਨਾਂ ਨਾਲ, ਇਹਨਾਂ ਸ਼ਬਦਾਂ ਨਾਲ ਆਪ ਸਭ ਨੂੰ ਇੱਕ ਵਾਰੀ ਫੇਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਹਿਬ ਸ਼ਹੀਦ ਜੀ ਦਾ ਪਾਵਨ ਜਨਮ ਦਿਹਾੜਾ, ਉਸ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਸਰਬੱਤ ਸੁੱਖ ਹੋਵੇ, ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ, ਸਰਬੱਤ ਕਾ ਭਲਾ। ਸਮੁੱਚੇ ਸੰਸਾਰ ਵਿੱਚ ਠੰਡ ਹੋਵੇ, ਸਮੁੱਚੇ ਘਰਾਂ ਵਿੱਚ, ਸਭ ਦੇ ਘਰਾਂ 'ਚ ਖੁਸ਼ੀਆਂ ਖੇੜੇ, ਆਨੰਦ ਹੋਵੇ। ਗੁਰਬਾਣੀ ਨਾਲ ਜੁੜਨ, ਗੁਰਬਾਣੀ ਪੜ੍ਹਨ, ਗੁਰਬਾਣੀ ਵਿਚਾਰਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।